1959 ਬੌਰਨ ਹੈਗਾ। ਸੋ ਹੁਣ 64 ਸਾਲ ਦਾ ਹੋਣ ਵਾਲਾ ਜਨਵਰੀ 'ਚ ਹੋ ਜਾਵਾਂਗਾ। ਮੈਂ ਬਹੁਤ ਪ੍ਰਾਊਡ ਹਾਂ ਆਪਣੀ ਏਜ ਨੂੰ ਲੈ ਕੇ। ਮੈਂ ਆਪਣੀ ਦੁਨੀਆ ਨੂੰ ਇੰਝ ਤਾਸ਼ ਦੇ ਪੱਤਿਆਂ ਦੀ ਢੇਰ ਦੀ ਤਰ੍ਹਾਂ ਗਿਰਦੇ ਹੋਏ ਬਰਬਾਦ ਹੁੰਦੇ ਹੋਏ ਦੇਖਿਆ, ਤੇ ਉਹ ਸਭ ਮੇਰੇ ਵਾਸਤੇ ਬਹੁਤ ਟਫ ਰਿਹਾ। ਸੈਲਫ ਕੌਨਫੀਡੈਂਸ ਜਿਹੜਾ ਉਹ ਮੇਰਾ ਡਾਊਨ ਜਾਣ ਲੱਗ ਗਿਆ। ਫਿਜ਼ੀਕਲ ਏਲਮੈਂਟਸ ਬਹੁਤ ਜ਼ਿਆਦਾ ਵੱਧ ਗਈਆਂ। ਇੱਕ ਦਿਨ ਫਿਰ ਸਵੇਰੇ ਇੰਝ ਹੀ ਚਲਦੇ ਚਲਦੇ ਬੜਾ ਗੰਦਾ ਮੈਨੂੰ ਝਟਕਾ ਲੱਗਿਆ ਕਿ ਮੈਂ ਬਹੁਤ ਟਰਾਈ ਕਰ ਰਿਹਾ ਪਰ ਮੈਂ ਬੈੱਡ ਤੋਂ ਉੱਠ ਨਹੀਂ ਪਾ ਰਿਹਾ। ਨਰਵਸ ਸਿਸਟਮ ਬ੍ਰੇਕਡਾਊਨ ਹੋ ਗਿਆ ਹੋਇਆ ਬਿਲਕੁਲ। ਸੋ ਬੈੱਡ 'ਤੇ ਹੀ ਲੱਗ ਗਿਆ ਫਿਰ। ਮਤਲਬ ਦਿਲ ਹੀ ਨਹੀਂ ਕਰਦਾ ਸੀ ਉੱਠਣ ਦਾ, ਉਂਝ ਵੀ ਹਾਰਿਆ ਹੋਇਆ ਸੀ और दिमाग और शरीर ने भी साथ छड़ देता। मैं जब से चला हूँ मंजिल पे मेरी नज़र है, आंखों ने कभी मील का पत्थर नहीं देखा। सत श्री अकाल, न्यूज़ डेडलाइन पंजाब ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡੇ ਨਾਲ ਰਜਿੰਦਰ ਕੌਰ ਔਰ ਅੱਜ ਇੱਕ ਬੇहद ਅਲੱਗ ਅਤੇ ਖਾਸ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਾਉਣ ਜਾ ਰਹੇ ਹਾਂ। ਦਿਨੇਸ਼ ਮੋਹਨ ਜੀ ਸਾਡੇ ਨਾਲ ਨੇ, ਮਾਡਲ ਨੇ, ਐਕਟਰ ਨੇ। ਔਰ ਉਹਨਾਂ ਦੀ ਉਮਰ ਜਾਣ ਕੇ ਤੁਹਾਨੂੰ ਹੈਰਾਨੀ ਹੋਏਗੀ। ਉਹਨਾਂ ਦੀ ਕਹਾਣੀ ਸੁਣਦੇ ਹਾਂ, ਉਹਨਾਂ ਦੀ ਹੀ ਜ਼ੁਬਾਨੀ। ਬਹੁਤ ਬਹੁਤ ਸਵਾਗਤ। ਧੰਨਵਾਦ ਜੀ, ਧੰਨਵਾਦ। ਸੋ ਕਿੰਨੀ ਕੁ ਉਮਰ ਹੈ ਤੁਹਾਡੀ? ਸਭ ਤੋਂ ਪਹਿਲਾ ਹੀ ਸਵਾਲ। ਮੈਂ ਬਹੁਤ ਪ੍ਰਾਊਡ ਹਾਂ ਆਪਣੀ ਏਜ ਨੂੰ ਲੈ ਕੇ, ਕਦੀ ਛੁਪਾਉਂਦਾ ਨਹੀਂ ਹਾਂ। ਹਾਲਾਂਕਿ ਮੇਰੇ ਮਮ ਹਾਲੀ ਵੀ ਮੈਨੂੰ ਕਹਿੰਦੇ ਆ ਕਿ ਆਪਣੀ ਏਜ ਥੋੜੀ ਘੱਟ ਦੱਸਿਆ ਕਰ, ਨਜ਼ਰ ਲੱਗ ਜਾਂਦੀ ਐਂਡ ਆਲ ਦੈਟ। ਬਟ ਮੈਂ 1959 ਬੌਰਨ ਹੈਗਾ। ਸੋ ਹੁਣ 64 ਸਾਲ ਦਾ ਹੋਣ ਵਾਲਾ ਜਨਵਰੀ 'ਚ ਹੋ ਜਾਵਾਂਗਾ। ਹਾਂਜੀ, ਯੂ ਆਰ 63। ਵੈਰੀ ਪ੍ਰਾਊਡ 63। ਯਾ 63 ਸਾਲ ਦੇ ਤੁਸੀਂ ਜਵਾਨ ਕਹਿ ਸਕਦੇ ਆ। ਮਾਡਲਿੰਗ ਕਰ ਰਹੇ ਹੋ ਤੁਸੀਂ, ਐਕਟਿੰਗ ਕਰ ਰਹੇ ਹੋ ਜੀ। ਲੇਕਿਨ ਅੱਜ ਤੋਂ ਕੁਝ ਸਾਲ ਪਹਿਲੇ ਦਾ ਉਹ ਵੀ ਦੌਰ ਸੀ ਜਦੋਂ ਤੁਸੀਂ ਬਹੁਤ ਬਿਮਾਰ ਸੀ ਜੀ, ਡਿਪਰੈਸ਼ਨ ਵਿੱਚ ਸੀ ਜੀ, ਔਰ ਸ਼ਾਇਦ ਚੱਲ ਵੀ ਨਹੀਂ ਸਕਦੇ ਸੀ, ਬਿਸਤਰੇ ਤੇ ਹੁੰਦੇ ਸੀ। ਸਹੀ ਹੈ। ਹਾਂਜੀ, ਉਹ ਦੌਰ ਕੀ ਸੀ, ਕਿਉਂ ਸੀ, ਹੋਰ ਉਸ ਹਨੇਰੇ ਤੋਂ ਕਿਵੇਂ ਖੁਦ ਨੂੰ ਕੱਢਿਆ? ਦੇਖੋ, ਉਹ ਦੌਰ ਕਿਉਂ ਸੀ ਇਹ ਤੇ ਮੈਨੂੰ ਆਪ ਵੀ ਸਮਝ ਨਹੀਂ ਆਇਆ। ਔਰ ਜ਼ਿੰਦਗੀ ਦਾ ਹਿੱਸਾ ਹੈ, ਅਪਸ ਐਂਡ ਡਾਊਨਸ ਜਿਹੜੇ ਵੀ ਉਤਾਰ ਚੜਾਵ ਆਉਂਦੇ ਆ ਤੁਹਾਡੀ ਲਾਈਫ ਵਿੱਚ। ਔਰ ਅਸੀਂ ਜਨਮ ਲਿਆ ਇਨਸਾਨੀ ਰੂਪ ਵਿੱਚ, ਤੇ ਜਿਹੜੇ ਟੈਸਟ ਹੈ ਇੱਥੇ ਧਰਤੀ ਦੇ ਉੱਪਰ ਜੋ ਦੇਣੇ ਆ ਅਸੀਂ, ਉਹ ਤੇ ਦੇਣੇ ਹੀ ਪੈਣਗੇ। ਹਾਂ, ਬਟ ਬਹੁਤ ਜ਼ਿਆਦਾ ਖਰਾਬ ਹਾਲਾਤ ਮੇਰੇ ਹੋ ਗਏ ਸੀ। ਕੁਝ ਪਰਸਨਲ ਚੀਜ਼ਾਂ ਮੇਰੇ ਹੱਥੋਂ ਬਹੁਤ ਨਿਕਲ ਗਈਆਂ। ਕੁਦਰਤ ਦੇ ਐਸੇ ਕੁਝ ਖੇਲ ਦੇਖੇ ਮੈਂ ਜੋ ਉਮੀਦ ਨਹੀਂ ਸੀ ਕਿ ਮੇਰੇ ਨਾਲ ਹੋ ਜਾਣਗੇ। ਔਰ ਉਹਨਾਂ ਸਭ ਦੇ ਚਲਦੇ ਹੋਏ ਬਿਲਕੁਲ ਜ਼ਿੰਦਗੀ ਜੀਣ ਦੀ ਉਮੀਦ ਜਿਹੜੀ ਹੈ, ਔਰ ਉਮੀਦ ਤੋਂ ਵੀ ਵੱਧ ਕੇ ਮੈਂ ਕਹਾਂਗਾ ਕਿ ਸੁਪਨੇ ਜਿਹੜੇ ਹੈ, ਡ੍ਰੀਮਸ ਜਿਹਨੂੰ ਕਹਿੰਦੇ ਆ, ਕਿਉਂਕਿ ਸਾਡੇ ਡ੍ਰੀਮਸ ਔਰ ਉਮੀਦਾਂ ਹੀ ਸਾਨੂੰ ਜ਼ਿੰਦਾ ਰੱਖਦੀਆਂ। ਤਾਂ ਮੇਰੇ ਡ੍ਰੀਮਸ ਜਿਹੜੇ ਆ ਉਹ ਬਿਲਕੁਲ ਖਤਮ ਹੋ ਗਏ ਸੀ, ਮੁੱਕ ਗਏ ਸੀ। ਔਰ ਆਪਣੀ ਅੱਖਾਂ ਦੇ ਸਾਹਮਣੇ ਮੈਂ ਆਪਣੀ ਦੁਨੀਆ ਨੂੰ ਇੰਝ ਤਾਸ਼ ਦੇ ਪੱਤਿਆਂ ਦੀ ਢੇਰ ਦੀ ਤਰ੍ਹਾਂ ਗਿਰਦੇ ਹੋਏ ਬਰਬਾਦ ਹੁੰਦੇ ਹੋਏ ਦੇਖਿਆ, ਤੇ ਉਹ ਸਭ ਮੇਰੇ ਵਾਸਤੇ ਬਹੁਤ ਟਫ ਰਿਹਾ। ਔਰ ਬਹੁਤ ਪਹਿਲੇ ਹੀ ਯੰਗ ਏਜ ਵਿੱਚ ਹੀ ਮੈਂ ਡਿਪਰੈਸ਼ਨ ਵਿੱਚ ਸਲਿਪ ਕਰਨ ਲੱਗ ਗਿਆ। ਔਰ ਕਿੰਨੀ ਉਮਰ ਸੀ ਉਸ ਵਕਤ? ਮੈਂ ਮਤਲਬ ਸਟਾਰਟ ਤੇ ਮੇਰਾ ਖਿਆਲ ਹੈ 30s ਦੇ ਵਿੱਚ ਹੀ ਹੋ ਗਿਆ ਸੀ ਸਾਰਾ ਡਾਊਨਫਾਲ ਜਿਹੜਾ ਮੈਂਟਲੀ। ਪਰ ਤਾਂ ਥੋੜ੍ਹਾ ਜਿਹਾ ਕਿਉਂਕਿ ਦਿਮਾਗ ਥੋੜ੍ਹਾ ਯੰਗਰ ਸਟੇਟ ਵਿੱਚ ਹੁੰਦਾ ਤੇ ਤੁਸੀਂ ਸਮਝ ਨਹੀਂ ਪਾਉਂਦੇ, ਥੋੜ੍ਹੀ ਹਿੰਮਤ ਵੀ ਕਰਦੇ ਹੋ, ਕਈ ਆਪਸ਼ਨਸ ਟਰਾਈ ਕਰਦੇ ਹੋ। ਬਟ 40s ਵਿੱਚ ਜਾ ਕੇ, ਲੇਟ 40s ਵਿੱਚ ਜਾ ਕੇ ਬਿਲਕੁਲ ਇੱਕ ਹੋਪ ਖਤਮ ਹੋ ਗਈ ਕਿ ਮੈਂ ਕੁਝ ਬਣੇਗਾ ਮੇਰਾ ਹੁਣ, ਜਾਂ ਕੁਝ ਚੇਂਜ ਹੋਏਗਾ ਮੇਰੀ ਜ਼ਿੰਦਗੀ 'ਚ, ਜਾਂ ਅੱਗੇ ਕੋਈ ਹੋਰ ਨਵੀਂ ਡਿਵੈਲਪਮੈਂਟ ਹੋਏਗੀ। ਤਾਂ ਉਸ ਸਾਰੀਆਂ ਵਜ੍ਹਾਵਾਂ ਦੇ ਨਾਲ ਮੈਂ ਬਿਲਕੁਲ ਡਿਪਰੈਸ਼ਨ ਔਰ ਅਸਵਾਦ ਦੀ ਸਥਿਤੀ 'ਚ। ਪਤਾ ਚੱਲ ਗਿਆ ਸੀ ਕਿ ਮੈਂ ਡਿਪਰੈਸ਼ਨ ਵਿੱਚ ਹਾਂ? ਜੀ ਹਾਂ, ਕਿਉਂਕਿ ਹੋਰ ਕੁਝ ਸਮਝ ਨਹੀਂ ਆਉਂਦਾ ਸੀ ਕਿ ਜੋ ਫਿਜ਼ੀਕਲ ਬਿਮਾਰੀਆਂ ਉਹਨਾਂ ਦੀਆਂ ਦਵਾਈਆਂ ਵੀ ਚੱਲ ਰਹੀਆਂ ਸੀ, ਇਲਾਜ ਦੀ ਕੋਸ਼ਿਸ਼ ਵੀ ਚੱਲ ਰਹੀ ਸੀ, ਮਗਰ ਫਿਰ ਵੀ ਮੇਰਾ ਦਿਮਾਗ ਹਮੇਸ਼ਾ ਹੀ ਨਾ ਖੁਸ਼ ਰਹਿਣਾ ਔਰ ਨਾ ਉਮੀਦੀ ਰਹਿਣੀ, ਇੱਕ ਹਨੇਰਾ ਜਿਹਾ ਹਮੇਸ਼ਾ ਨਜ਼ਰ ਆਉਂਦਾ ਸੀ। ਸੋ ਫਿਰ ਲੱਗਿਆ ਕਿ ਹਾਂ ਕਿਸੇ ਨਾਲ ਗੱਲ ਕੀਤੀ ਜਾਏ, ਪੁੱਛਿਆ ਜਾਏ ਕਿ ਆਫਟਰ ਆਲ ਮੇਰਾ ਮੂਡ, ਮੇਰਾ ਆਪਣਾ ਦਿਮਾਗ ਜਿਹੜਾ ਹੈ ਔਰ ਸੋਚ ਆਪਣੀ, ਉਹ ਮੇਰੇ ਆਪਣੇ ਨੈਗੇਟਿਵ ਥਾਟਸ ਸਨ। ਕਿਸ ਤਰ੍ਹਾਂ ਦੇ ਥਾਟਸ ਉਸ ਵਕਤ ਮਾਨੇ ਚਾਹੁੰਦੇ ਸੀ? ਨੈਗੇਟਿਵ ਵੀ ਬਹੁਤ ਐਕਸਟ੍ਰੀਮ ਹੈ। ਇੱਕ ਤਾਂ ਸੁਸਾਈਡ ਦਾ ਤੇ ਖੈਰ ਆਫ ਕੋਰਸ ਆਉਂਦਾ ਹੀ ਸੀ, ਉਹ ਵੀ ਇੱਕ ਪਹਿਲਾ ਸਾਈਨ ਹੈ। ਉੱਠਣ ਦਾ ਦਿਲ ਨਹੀਂ ਕਰਦਾ ਸੀ, ਕੱਪੜੇ ਬਦਲਣ ਦਾ ਦਿਲ ਨਹੀਂ ਕਰਦਾ ਸੀ, ਨਹਾਉਣ ਦਾ ਦਿਲ ਨਹੀਂ ਕਰਦਾ ਸੀ। ਇਹ ਛੋਟੀਆਂ ਛੋਟੀਆਂ ਸਾਈਨਸ ਹੈ। ਜਾਂ ਵਹਿਮੀ ਹੋ ਜਾਂਦੇ ਹੋ ਤੁਸੀਂ ਬਹੁਤ। ਔਰ ਪੈਨਿਕ ਅਟੈਕਸ ਮੈਨੂੰ ਬਹੁਤ ਹੁੰਦੇ ਸੀ। ਅਚਾਨਕ ਹੀ ਕੁਝ ਐਸਾ ਮੈਨੂੰ ਲੱਗੇ ਕਿ ਇਹ ਲੀਗ ਤੋਂ ਹਟ ਕੇ ਹੋ ਰਿਹਾ, ਅਤੇ ਮੈਂ ਡਰ ਜਾਂਦਾ ਸੀ, ਘਬਰਾ ਜਾਂਦਾ ਸੀ। ਔਰ ਸਮਝ ਨਹੀਂ ਆਉਂਦਾ ਸੀ ਕਿ ਹੁਣ ਰੋਣ ਬੈਠਾ ਤੇ ਫਿਰ ਘੰਟੋ ਰੋਏ ਜਾਓ, ਔਰ ਅਗਰ ਤੁਹਾਡਾ ਮੂਡ ਅੱਛਾ ਹੋ ਰਿਹਾ ਤੇ ਫਿਰ ਕੁੱਦਣ ਵੀ ਲੱਗ ਜਾਓ ਤੁਸੀਂ। ਔਰ ਫਿਰ ਉਸ ਤੋਂ 1 ਘੰਟੇ ਬਾਅਦ ਅਗੇਨ ਇੰਝ ਹੋ ਜਾਏ ਕਿ ਬਿਲਕੁਲ ਜ਼ਿੰਦਗੀ 'ਚ ਮਤਲਬ ਹਨੇਰਾ ਹੀ ਹਨੇਰਾ ਹੈ। ਸੋ ਉਹ ਸਭ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ
इतने ज़्यादा दिमाग विच मेरे जिहड़ा शिफ्ट ऑफ एनर्जीज और थॉट्स है वो किस करके हो ਜੌਬ ਰਿਹਾ। ਕਰ ਰਹੇ ਸੀ ਉਸ ਵਕਤ ਤੁਸੀਂ? ਨਹੀਂ ਮੈਂ ਸਰਕਾਰੀ ਜੌਬ ਨੌਕਰੀ ਵਿੱਚ ਸੀ ਤੇ ਉਹ ਛੱਡ ਦਿੱਤੀ ਛੱਡ ਸੀ? ਦਿੱਤੀ ਸੀ, ਹਾਂਜੀ ਮੈਂ ਛੱਡ ਦਿੱਤੀ ਸੀ। ਇਹਨਾਂ ਨੈਗੇਟਿਵ ਸਰਕਮਸਟੈਂਸਸ ਦੇ ਚਲਦੇ ਹੀ ਆਲਰੇਡੀ ਮੈਂ ਛੱਡ ਚੁੱਕਿਆ ਸੀ। ਔਰ ਬਾਅਦ ਵਿੱਚ ਮੈਨੂੰ ਸਮਝ ਆਇਆ ਕਿ ਕੋਈ ਵੀ ਕੰਮ ਤੁਹਾਡੇ ਕੋਲ ਹੋਏ, ਚਾਹੇ ਉਹ ਛੋਟਾ ਹੈ ਜਾਂ ਵੱਡਾ ਹੈ, ਉਹ ਤੁਹਾਨੂੰ ਇੱਕ ਉਮੀਦ ਦਿੰਦਾ ਹੈ ਘਰੋਂ ਜਾਣ ਦੀ, ਕੁਝ ਕਰਨ ਦੀ, ਆਪਣੇ ਲਈ ਪੈਸੇ ਕਮਾਉਣ ਦੀ। ਸੋ ਉਹ ਇੱਕ ਥੋੜਾ ਜਿਹਾ ਮੈਨੂੰ ਮਤਲਬ ਅਫਸੋਸ ਹੈ ਕਿ ਮੈਂ ਸਰਕਮਸਟੈਂਸਸ ਦੇ ਚਲਦੇ ਆਪਣਾ ਬਹੁਤ ਨੁਕਸਾਨ ਖੁਦ ਹੀ ਕਰ ਲਿਆ। ਉਸ ਵਕਤ weight ਕਿੰਨਾ, ਵਜ਼ਨ ਕਿੰਨਾ ਹੁੰਦਾ ਸੀ ਤੁਹਾਡਾ, ਹੋਰ ਇਹ ਦੌਰ ਕਿੰਨਾ ਲੰਬਾ ਚੱਲਿਆ? ਇਹ ਦੌਰ ਕਾਫੀ ਲੰਬਾ ਚੱਲਿਆ, ਜੋ ਮਤਲਬ ਰੈਕਗਨਾਈਜ਼ ਜਦੋਂ ਹੋਇਆ ਕਿ ਹਾਂ ਡਿਪਰੈਸ਼ਨ ਹੈ ਔਰ ਇਲਾਜ ਸਟਾਰਟ ਹੋਇਆ, ਔਰ ਮੈਨੂੰ ਉਸ ਤੋਂ ਨਿਕਲਣ 'ਚ ਅਰਾਊਂਡ 10 11 12 ਸਾਲ ਲੱਗ ਗਏ ਉਸ ਸਾਰੇ ਪ੍ਰੋਸੈਸ ਦੇ ਵਿੱਚ। ਔਰ weight ਮੇਰਾ ਵਧਣਾ ਸ਼ੁਰੂ ਹੋ ਗਿਆ ਸੀ ਅਰਾਊਂਡ 30s ਲੇਟ 30s ਵਿੱਚ ਜਾ ਕੇ, ਔਰ ਬਹੁਤ ਡਿਸਟਰਕਟਿਵਲੀ ਹੋਪਲੈਸਲੀ ਮੈਂ ਫੂਡ ਨੂੰ ਯੂਜ਼ ਕਰਦਾ ਸੀ। ਔਰ ਬਹੁਤ ਮਤਲਬ ਭੁੱਖ ਲੱਗਦੀ ਸੀ ਜਾਂ ਵੈਸੇ ਹੀ ਖਾਣ ਦਾ ਦਿਲ ਕਰਦਾ ਸੀ? ਮੈਂ ਮਤਲਬ ਅੱਜ ਤੱਕ ਬ੍ਰੇਕ ਡਾਊਨ ਕਰ ਨਹੀਂ ਸਕਿਆ। ਇੱਕ ਬੜਾ ਗੰਦਾ ਜਿਹਾ ਵਿਸ਼ਸ ਸਰਕਲ ਸੀ ਕਿ ਖਾਏ ਜਾਂਦਾ ਸੀ ਔਰ ਸੋਚਦਾ ਸੀ ਕਿ ਹੁਣ ਨਹੀਂ ਖਾਵਾਂਗਾ, ਔਰ ਖਾਣ ਤੋਂ ਬਾਅਦ ਫਿਰ ਰੋਣਾ ਕਿ ਯਾਰ ਮੈਂ ਐਡਾ ਖਾ ਲਿਆ, ਹੁਣ ਮੇਰਾ ਕੀ ਹੋਊਗਾ, weight ਵੱਧ ਜਾਏਗਾ। ਪਰ 1 ਘੰਟੇ ਦੇ ਬਾਅਦ ਫਿਰ ਚਲੋ ਜੀ ਆਪਣੇ ਆਪ ਨੂੰ ਖ਼ਤਮ ਕਰੋ, ਖਾਓ ਔਰ ਕੁਝ ਸਮਝ ਹੀ ਨਹੀਂ ਆਉਂਦਾ ਸੀ। ਸੋ ਦਿਮਾਗ ਉਸੇ ਵਿਸ਼ਸ ਸਰਕਲ ਦੇ ਵਿੱਚ ਈਟਿੰਗ ਐਂਡ crying and then eating again, ਉਸੇ ਚੀਜ਼ ਦੇ ਵਿੱਚ ਫਸ ਕੇ ਰਹਿ ਗਿਆ ਸੀ ਦਿਮਾਗ। ਉਹ ਵਕਤ ਵੀ ਸੀ ਜਦੋਂ ਤੁਸੀਂ ਬਿਸਤਰ ਵਿੱਚ ਸੀ ਸ਼ਾਇਦ 1.5 ਸਾਲ ਤੱਕ? ਜੀ ਉੱਠ ਹੀ ਨਹੀਂ ਪਾਉਂਦੇ ਸੀ? ਬਿਲਕੁਲ ਕੁਝ ਬਿਮਾਰੀਆਂ ਐਸੀਆਂ ਲੱਗ ਗਈਆਂ ਕਿ ਥੋੜਾ ਸੈਲਫ ਕੌਨਫੀਡੈਂਸ ਜਿਹੜਾ ਉਹ ਮੇਰਾ ਡਾਊਨ ਜਾਣ ਲੱਗ ਗਿਆ। ਫਿਜ਼ੀਕਲ ਏਲਮੈਂਟਸ ਬਹੁਤ ਜ਼ਿਆਦਾ ਵੱਧ ਗਈਆਂ, ਔਰ ਇੱਕ ਦਿਨ ਫਿਰ ਸਵੇਰੇ ਇੰਝ ਹੀ ਚਲਦੇ ਬਿਲਕੁਲ ਬੈੱਡ ਤੋਂ ਉੱਠ ਨਹੀਂ ਸਕਿਆ, ਗਿਰ ਪੈਂਦਾ ਸੀ ਵਾਰੀ। ਉਸ ਦਿਨ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਉੱਠਾਂ, ਇੱਕ ਨਾਰਮਲ ਡੇ ਸੀ, ਮੂਡ ਤੇ ਉਂਝ ਹੀ ਆਫ ਰਹਿੰਦਾ ਸੀ। ਸੋ ਬੜਾ ਗੰਦਾ ਮੈਨੂੰ ਝਟਕਾ ਲੱਗਿਆ ਕਿ ਮੈਂ ਬਹੁਤ ਟਰਾਈ ਕਰ ਰਿਹਾ ਪਰ ਮੈਂ ਬੈੱਡ ਤੋਂ ਉੱਠ ਨਹੀਂ ਪਾ ਰਿਹਾ। ਫਿਰ ਆਪਣੇ ਬ੍ਰਦਰ ਇਨ ਲਾਅ ਨੂੰ, ਸਿਸਟਰ ਨੂੰ ਫੋਨ ਕੀਤਾ, ਸੇਮ ਘਰ ਵਿੱਚ ਹੀ ਸੀ ਹਾਲਾਂਕਿ, ਬਟ ਉਹ ਆਏ ਔਰ ਫਿਰ ਉਹਨਾਂ ਨੇ ਮੈਨੂੰ ਫੜ ਕੇ ਉਠਾਇਆ, ਔਰ ਫਿਰ ਜੋ ਵੀ ਡਾਕਟਰ ਦੇ ਇਲਾਜ ਹੈ ਉਹ ਪਤਾ ਲੱਗਿਆ ਕਿ ਲਾਸ ਆਫ ਮੋਟਰ ਫੰਕਸ਼ਨਸ ਹੈ, ਕਿ ਦਿਮਾਗ ਜਿਹੜਾ ਉਹ ਸਿਗਨਲ ਭੇਜ ਰਿਹਾ ਬਟ ਬਾਡੀ ਉਹਨੂੰ ਪਿਕ ਨਹੀਂ ਕਰ ਪਾ ਰਹੀ ਹੈ, ਨਰਵਸ ਸਿਸਟਮ ਬ੍ਰੇਕਡਾਊਨ ਹੋ ਗਿਆ ਹੋਇਆ ਬਿਲਕੁਲ। ਸੋ ਬੈੱਡ 'ਤੇ ਲੱਗ ਗਿਆ, ਫਿਰ ਮਤਲਬ ਦਿਲ ਹੀ ਨਹੀਂ ਕਰਦਾ ਸੀ ਉੱਠਣ ਦਾ, ਉਂਝ ਵੀ ਹਾਰਿਆ ਹੋਇਆ ਸੀ ਔਰ ਦਿਮਾਗ ਔਰ ਸਰੀਰ ਨੇ ਵੀ ਸਾਥ ਛੱਡ ਦਿੱਤਾ। ਸੋ 1 ਸਾਲ ਤੱਕ, ਫਿਰ 1 ਸਵਾ ਸਾਲ ਤੱਕ ਬੈੱਡ ਦੇ ਉੱਪਰ ਹੀ ਸਾਰਾ। ਜ਼ਿੰਦਗੀ ਕਿਵੇਂ ਬਦਲੀ ਕਿ ਅੱਜ ਤੁਸੀਂ ਮਾਡਲ ਹੋ, ਐਕਟਰ ਹੋ? ਜੀ ਜ਼ਿੰਦਗੀ ਮਤਲਬ ਕੋਸ਼ਿਸ਼ ਕੀਤੀ ਮੈਂ, ਮਤਲਬ ਉਹ ਆਲ ਆਫ ਕਹਿੰਦੇ ਆ ਨਾ ਸਡਨ ਕਿ ਕੀ ਉਸ ਵਕਤ ਅਜਿਹਾ ਹੋਇਆ ਕਿ ਤੁਸੀਂ ਬਿਸਤਰ ਤੇ ਸੀ, ਤੁਸੀਂ ਖੁਦ ਕਹਿ ਰਹੇ ਹੋ ਕਿ ਮੈਂ ਚੱਲ ਵੀ ਨਹੀਂ ਪਾਉਂਦਾ ਸੀ, ਜੀ ਕਿ ਅਚਾਨਕ ਜ਼ਿੰਦਗੀ ਨੇ ਕਰਵਟ ਕਿਵੇਂ ਲਈ, ਕਿਵੇਂ ਜ਼ਿੰਦਗੀ ਟਰਨ ਹੋ ਗਈ? ਦੇਖिए अचानक तो नहीं होया, एक बैक ऑफ द माइंड ਤੇ ਇੱਕ ਸਟਰਗਲ ਚੱਲ ਰਹੀ ਸੀ ਮੇਰੀ ਹਮੇਸ਼ਾ ਤੋਂ, ਬਿਕੋਜ਼ ਮੈਂ ਮਤਲਬ ਇੱਕ ਅੱਛੇ ਨਾਰਮਲ ਅਬਵ ਐਵਰੇਜ IQ ਦਾ ਇਨਸਾਨ ਸੀ ਔਰ ਐਕੈਡੈਮਿਕਸ ਵਿੱਚ ਬਹੁਤ ਅੱਛਾ ਸੀ, ਸੋਚ ਬਹੁਤ ਕਲੀਅਰ ਸੀ ਮੇਰੀ, ਕੋਈ ਬੁਰੀ ਆਦਤ ਨਹੀਂ ਸੀ ਮੈਨੂੰ ਬਿਲਕੁਲ ਵੀ। ਤੋ ਮੈਨੂੰ ਲੱਗਿਆ ਕਿ ਕਿਉਂ ਹਾਰ ਮੰਨ ਰਿਹਾ, ਇਹ ਇੱਕ ਥਾਟ ਮੇਰੇ ਦਿਮਾਗ ਵਿੱਚ ਚੱਲਦਾ ਰਹਿੰਦਾ ਸੀ। ਬਟ ਤੁਸੀਂ ਸੋਚ ਰਹੇ ਹੁੰਦੇ ਹੋ ਕਿ ਸ਼ਾਇਦ ਚਲੋ ਡਾਕਟਰ ਸਹਾਰਾ ਦੇ ਦੇਣਗੇ, ਸਾਈਕੀਆਟ੍ਰਿਸਟ ਸਹਾਰਾ ਦੇ ਦੇਗਾ, ਕੋਈ ਯਾਰ ਦੋਸਤ ਸਹਾਰਾ ਦੇ ਦੇਗਾ, ਤਾਂ ਦੂਸਰਿਆਂ ਦੀ ਮਦਦ ਤੋਂ ਦੀ ਉਮੀਦ ਮੈਂ ਲਾ ਕੇ ਹਮੇਸ਼ਾ ਸੋਚਦਾ ਸੀ ਕਿ ਚਲੋ ਕੋਈ ਅੱਛੇ ਨਾਲ ਗੱਲ ਕਰੇਗਾ ਨਾ, ਫਿਰ ਅੱਜ ਮੈਂ ਉੱਠ ਕੇ ਬਹਿ ਜਾਵਾਂਗਾ। ਪਰ ਜਿਸ ਦਿਨ ਮੈਨੂੰ ਇਹ ਗੱਲ ਸਮਝ ਆ ਗਈ ਨਾ ਕਿ ਨਹੀਂ, ਕੋਈ ਅੱਛੇ ਨਾਲ ਬੋਲੇ ਨਾ ਬੋਲੇ, ਡਾਕਟਰ ਉਸ ਦਿਨ ਤੁਹਾਨੂੰ ਸਲਾਹ ਦੇਣ ਜਾਂ ਨਾ ਦੇਣ, ਤੁਸੀਂ ਆਪਣੇ ਲਈ ਫਾਈਟ ਕਰਨਾ ਹੈ, ਕਿਉਂਕਿ ਇਹ ਤੁਸੀਂ ਆਪਣੇ ਵਾਸਤੇ ਕਰ ਰਹੇ ਹੋ, ਦੂਸਰਿਆਂ ਦੇ ਵਾਸਤੇ ਨਹੀਂ ਕਰ ਰਹੇ। ਕਿਸੇ ਨੂੰ ਫਰਕ ਨਹੀਂ ਪੈਂਦਾ। ਇੰਗਲਿਸ਼ ਵਿੱਚ ਇੱਕ ਕਹਾਵਤ ਹੈ, ਦ ਗ੍ਰੇਵਯਾਰਡ ਇਜ਼ ਫੁੱਲ ਆਫ ਇੰਡਿਸਪੈਂਸੇਬਲਸ। ਜੋ ਲੋਕ ਸਮਝਦੇ ਸੀ ਕਿ ਅਸੀਂ ਧਰਤੀ ਦੇ ਮਾਲਕ ਹਾਂ, ਉਹ ਸਾਰੇ ਕਬਰਿਸਤਾਨ ਵਿੱਚ ਦਫਨ ਪਏ ਨੇ। ਸੋ ਮੈਨੂੰ ਸਮਝ ਆ ਗਈ ਕਿ ਤੂੰ ਆਪਣਾ ਸਾਥ ਨਹੀਂ ਨਾ ਦੇਵੇਂਗਾ ਤੇ ਇਹ ਤੇ ਸਭ ਆਣੀਆਂ ਜਾਣੀਆਂ ਚੀਜ਼ਾਂ। ਸੋ ਫਿਰ ਅੰਦਰੋਂ ਇੱਕ ਇੱਛਾ ਜਾਗੀ ਕਿ ਨਹੀਂ, ਉੱਠ ਕੁਝ ਕਰ, ਇਸ ਤੋਂ ਵੱਡਾ ਨੁਕਸਾਨ ਹੋਰ ਕੀ ਹੋ ਜਾਏਗਾ। ਕੁਝ ਵੀ ਹੈ ਨਹੀਂ ਸੀ ਮੇਰੇ ਕੋਲ, ਮਤਲਬ ਇਨ ਆਲ ਸੈਕਟਰਸ ਕੋਈ ਵੀ ਤੁਸੀਂ ਜ਼ਿੰਦਗੀ ਦਾ ਹਿੱਸਾ ਚੁੱਕ ਲਓ, ਚਾਹੇ ਫਾਈਨੈਂਸ਼ੀਅਲ ਹੋਏ, ਪ੍ਰੋਫੈਸ਼ਨਲ ਹੋਏ, ਫੈਮਿਲੀ ਲਾਈਫ ਹੋਏ, ਕੁਝ ਹੋਏ, ਸਾਰਾ ਕੁਝ ਖਤਮ ਸੀ, ਟੋਟਲੀ ਨਿਲ। ਸੋ ਮੈਨੂੰ ਲੱਗਿਆ ਹੁਣ ਤੇ ਮਤਲਬ ਜੋ ਵੀ ਹੈ ਉਹ ਉੱਪਰ ਹੀ ਉੱਠੇਗਾ, ਗਵਾਉਣ ਵਾਸਤੇ ਕੁਝ ਨਹੀਂ ਹੁਣ। ਹਾਂਜੀ, ਗਵਾਉਣ ਵਾਸਤੇ ਕੁਝ ਨਹੀਂ ਔਰ ਹੋਰ ਥੱਲੇ ਜਾਣ ਵਾਸਤੇ ਵੀ ਕੁਝ ਨਹੀਂ। ਸੋ ਹੁਣ ਤੇ ਜੋ ਵੀ ਹੈ ਉਹ ਉੱਪਰ ਅਪਵਰਡਸ ਹੀ ਹੈ। ਫਿਰ ਕਿਵੇਂ ਆਪਣੇ ਨੂੰ ਚੇਂਜ ਕਰਨਾ ਸ਼ੁਰੂ ਕੀਤਾ, ਕਿਵੇਂ ਨੈਗੇਟਿਵ ਤੋਂ ਆਪਣੇ ਨੂੰ ਪੋਜ਼ਿਟਿਵ
ਦੀ ਤਰਫ ਲੈ ਕੇ ਆਏ? ਹਾਂਜੀ ਬਿਲਕੁਲ, ਮਤਲਬ ਆਪ ਆਪਣੇ ਆਪ ਨੂੰ ਤੇ ਕੌਂਸਲ ਕਰਨਾ ਹੀ ਪੈਂਦਾ ਹੈ। ਤੁਸੀਂ ਟਾਰਗੇਟਸ ਬਣਾਉਂਦੇ ਹੋ ਕਿ ਨਹੀਂ, ਮੈਂ ਟਾਰਗੇਟ ਬਣਾਇਆ ਹੋਇਆ ਸੀ ਕਿ ਮੈਂ weight loss ਕਰਨਾ ਹੈ। ਸਭ ਤੋਂ ਪਹਿਲੇ ਮੈਨੂੰ ਧੁਨੋਈ ਹੋ ਚੜੀ, ਕਿਉਂਕਿ ਡਾਕਟਰਸ ਨੇ ਵੀ ਕਿਹਾ ਸੀ ਕਿ ਐਡਾ ਐਕਸੈਸਿਵ weight 125 130 ਕਿਲੋ ਤੇ ਬਹੁਤ ਬਿਮਾਰੀਆਂ ਤੇ weight loss ਦੇ ਨਾਲ ਹੀ ਠੀਕ ਹੋ ਜਾਣਗੀਆਂ, ਪਰ ਮੈਂ ਗੱਲ ਤੇ ਕਦੀ ਅਮਲ ਨਹੀਂ ਕੀਤਾ ਸੀ। ਤਾਂ ਮੈਂ ਸੀਰੀਅਸਲੀ ਅਮਲ ਕਰਨਾ ਸ਼ੁਰੂ ਕੀਤਾ। ਇੱਕ ਹੋਲਿਸਟਿਕ ਡਾਈਟ ਮੈਂ ਲੈਣੀ ਸ਼ੁਰੂ ਕੀਤੀ, ਜਿਹੜਾ ਹਰ ਤੁਹਾਡੇ ਨਿਊਟ੍ਰੀਸ਼ਨ ਦਾ, ਫੈਟਸ ਦਾ, ਕਾਰਬੋਹਾਈਡਰੇਟਸ ਸਾਰਾ ਕੁਝ ਧਿਆਨ ਰੱਖਦੇ ਆ। ਸੋ ਉਹਦੇ ਨਾਲ ਜਦੋਂ weight loss ਮੇਰਾ ਸਟਾਰਟ ਹੋਇਆ, ਔਰ ਮੈਂ ਉਸ ਟਾਈਮ ਦੀਆਂ ਜਦੋਂ ਫੋਟੋਜ਼ ਦੇਖਣਾ, ਹਾਲਾਂਕਿ ਮੈਂ ਤਾਂ ਵੀ 100 ਤੋਂ ਉੱਪਰ ਸੀ, ਹੁਣ 'ਚ ਔਰ ਤਾਂ ਵਿੱਚ ਦਿਨ ਰਾਤ ਦਾ ਫਰਕ ਹੈ। ਬਟ ਉਸ ਵੇਲੇ ਮੈਨੂੰ 5-10 ਕਿਲੋ weight loss ਕਰਕੇ ਵੀ ਐਡਾ ਅੱਛਾ ਲੱਗਦਾ ਸੀ। ਜੋ ਮਿਲਦਾ ਸੀ, ਜੋ ਵੀ ਘਰ ਆਉਂਦਾ ਸੀ, ਉਹ ਕਹਿੰਦਾ ਸੀ ਬਹੁਤ ਬਦਲੇ ਹੋਏ ਲੱਗ ਰਹੇ ਹੋ। ਹੁਣ ਮੈਂ ਦੇਖਣਾ ਤੇ ਮੈਂ ਕਹਿੰਦਾ ਬਦਲਿਆ ਹੋਇਆ ਤੇ ਕਿੱਥੇ, ਮਤਲਬ ਬਟ ਉਹ ਛੋਟੀ ਛੋਟੀ ਐਨਕਰੇਜਮੈਂਟ, ਛੋਟੇ ਛੋਟੇ ਗੋਲਸ ਸੈੱਟ ਕਰਕੇ ਅੱਛਾ ਲੱਗਣ ਲੱਗ ਗਿਆ। ਫਿਰ ਧੀਰੇ ਧੀਰੇ ਚੱਲਣ ਵਿੱਚ ਮੈਨੂੰ ਜ਼ਿਆਦਾ ਸਟਰਗਲ ਫੇਸ ਕਰਨੀ ਪਈ, ਜੋ ਚੱਲਣਾ ਵੀ ਔਖਾ ਸੀ। ਹਾਂਜੀ, ਉਹ ਪ੍ਰੋਸੈਸ ਸਿੱਖਣਾ ਜਿਹੜਾ ਨਾ, ਉਹ ਬਹੁਤ ਹੀ ਔਖਾ ਸੀ। ਉਹ ਆਪਣੇ ਆਪ ਨੂੰ ਬਹੁਤ ਪੁਸ਼ ਕਰਨਾ ਪਿਆ, ਦਿਮਾਗ ਨੂੰ ਬਹੁਤ ਸਮਝਾਉਣਾ ਪਿਆ, ਬੜੇ ਆਪਣੇ ਪੈਨਿਕ ਅਟੈਕਸ ਨੂੰ ਮੈਨੇਜ ਕਰਨਾ ਪਿਆ ਕਿ ਅੱਜ ਹੋ ਪਾਏਗਾ, ਚੱਲ ਪਾਵਾਂਗਾ ਕਿ ਨਹੀਂ ਚੱਲ ਪਾਵਾਂਗਾ। ਮਗਰ ਜਦੋਂ ਸਭ ਥੋੜ੍ਹਾ ਥੋੜ੍ਹਾ ਹੋਣ ਲੱਗ ਗਿਆ, ਜ਼ਬਰਦਸਤੀ ਮੈਂ ਆਪਣੇ ਆਪ ਨੂੰ ਖਿੱਚਣ ਲੱਗ ਗਿਆ, ਸ਼ਾਪਿੰਗ ਬਹੁਤ ਕਰਨ ਲੱਗ ਗਿਆ, ਬਾਹਰ ਬਹੁਤ ਘੁੰਮਣ ਲੱਗ ਗਿਆ। ਘਰ ਵੜਨ ਦਾ ਦਿਲ ਹੀ ਨਹੀਂ ਕਰਦਾ ਸੀ, ਕਿਉਂਕਿ ਐਡੇ ਸਾਲ ਮੈਂ ਘਰ ਸੀ। ਮੇਰੀ ਸਿਸਟਰ ਫੋਨ ਕਰਕੇ ਕਹਿੰਦੀ ਸੀ ਕਿ ਘਰ ਆਣਾ ਹੈ ਕਿ ਨਹੀਂ ਆਣਾ। तो मैं कहता था अभी नहीं, राती 2-2 ਵਜੇ ਤੱਕ ਘੁੰਮਦੇ ਰਹਿਣਾ। ਲੋਕਾਂ ਨੇ ਸਭ ਨੇ ਬ੍ਰਾਂਡ ਕਰ ਦਿੱਤਾ ਆਵਾਰਾਗਰਦ। ਮੈਂ ਕਿਹਾ ਚਲੋ ਬਹੁਤ ਵਧੀਆ ਗੱਲ ਹੈ, ਜਦੋਂ ਮੈਂ ਬਿਸਤਰ ਤੇ ਪਿਆ ਸੀ ਤੁਸੀਂ ਨਹੀਂ ਆਏ ਕਦੀ ਵੀ, ਹੁਣ ਅਵਾਰਾ ਸਹੀ ਤੇ ਠੀਕ ਹੈ, ਬੋਲੇ ਚਲੋ ਜੋ ਬੋਲਦਾ। ਸੋ ਇੰਜ ਕਰਕੇ ਡਿਪਰੈਸ਼ਨ ਦੀ ਵੀ ਉਸ ਵਕਤ ਮੈਡੀਸਿਨ ਚੱਲ ਰਹੀ ਸੀ, ਕਿਉਂਕਿ ਤੁਸੀਂ ਡਿਪਰੈਸ਼ਨ ਦੀ ਵੀ ਦਵਾਈਆਂ ਲੈ ਰਹੇ ਸੀ। ਡਿਪਰੈਸ਼ਨ ਦੀ ਮੈਡੀਸਿਨ ਮੈਂ ਫਿਰ ਛੱਡ ਦਿੱਤੀ ਹੋਈ ਸੀ ਉਸ ਵੇਲੇ, ਜਦੋਂ ਮੈਂ weight loss ਔਰ ਵਿਲ ਪਾਵਰ ਤੋਂ ਅੱਗੇ ਮੈਨੂੰ ਪਤਾ ਨਹੀਂ ਕਿਉਂ ਦਿਮਾਗ ਵਿੱਚ ਬੈਠ ਗਿਆ ਕਿ ਯਾਰ ਤੂੰ ਖੁਦ ਨਹੀਂ ਆਪਣੀ ਹੈਲਪ ਜੇ ਕਰ ਸਕਦਾ ਤੇ ਫਿਰ ਕੋਈ ਕੀ ਕਰੇਗਾ। ਇਟ ਵਾਸ ਮਾਈ ਚੋਇਸ ਟੂ ਗੋ ਟੂ ਅ ਸਾਈਕੀਆਟ੍ਰਿਸਟ। ਸੋ ਆਈ ਮੇਡ ਅ ਚੋਇਸ ਕਿ ਹੁਣ ਮੈਂ ਨਹੀਂ ਜਾਣਾ। ਸੋ ਉਹ ਜੋ ਕਹਿੰਦੇ ਨੇ ਮਨ ਕੇ ਹਾਰੇ ਹਾਰ ਹੈ, ਮਨ जीते जगजीत ਕਹਿੰਦੇ ਨੇ। ਜੀ ਬਿਲਕੁਲ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਔਰ ਬਸ ਇੱਕ ਹਿੰਮਤ ਥੋੜੀ ਜਿਹੀ ਲਿਆਉਣ ਦੀ, ਕਿੱਥੋਂ ਵੀ, ਮਤਲਬ ਕੁਝ ਵੀ ਕਰਕੇ ਉਹ ਹਿੰਮਤ ਆਪਣੇ 'ਚ ਲੈ ਕੇ ਆਓ ਔਰ ਫਿਰ ਜ਼ਿੰਦਗੀ ਤੁਹਾਡੇ ਸਾਹਮਣੇ ਹੈ। ਤੁਸੀਂ ਕਿਵੇਂ ਲਿਆਈ ਸੀ ਉਹ ਹਿੰਮਤ ਆਪਣੇ 'ਚ? ਪ੍ਰੇਅਰਸ ਕੀਤੀਆਂ ਸਨ ਜਾਂ ਕੀ ਕੀਤਾ ਸੀ? ਯੈਸ, ਤੁਸੀਂ ਬਹੁਤ ਸਹੀ ਗੱਲ ਕੀਤੀ। ਬਹੁਤ ਸਪਿਰਿਚੁਅਲਿਟੀ ਨੇ ਮੇਰੀ ਹੈਲਪ ਕੀਤੀ। ਮੈਂ ਬਹੁਤ ਕਿਤਾਬਾਂ, ਜਦੋਂ ਮੈਂ ਰਿਕਵਰੀ ਪ੍ਰੋਸੈਸ ਵਿੱਚ ਸੀ, ਮੇਰੀ ਲਾਇਬ੍ਰੇਰੀ ਜਿਹੜੀ ਘਰ 'ਚ ਹੈ ਉਹ ਸਾਰੀਆਂ ਸਪਿਰਿਚੁਅਲ ਬੁੱਕਸ ਦੇ ਨਾਲ ਭਰੀ ਪਈ ਹੈ। ਕੋਈ ਕਿਤਾਬ ਐਸੀ ਨਹੀਂ ਜਿੱਥੋਂ ਮੈਂ ਵੈਲੀਡੇਸ਼ਨ ਜਾਂ ਪ੍ਰੂਫਸ ਨਾ ਕੱਢੇ ਹੋਣ ਕਿ ਹਾਂ ਜ਼ਿੰਦਗੀ 'ਚ ਲੋਕਾਂ ਨੇ ਬਹੁਤ ਕੁਝ ਕੀਤਾ ਹੈ, ਰੱਬ ਦੀ ਬਹੁਤ ਮਿਹਰਬਾਨੀ ਹੋਈ ਹੈ, ਪੱਥਰ ਜਿਹੜੇ ਨੇ ਉਹ ਵੀ ਤਰ ਗਏ ਨੇ। ਔਰ ਸੋ ਉਹਨਾਂ ਸਭ ਗੱਲਾਂ ਨੇ ਬਹੁਤ ਮੇਰੀ ਹੈਲਪ ਕੀਤੀ ਆਪਣੇ ਰਿਕਵਰੀ ਪ੍ਰੋਸੈਸ ਵਿੱਚ। ਤੁਸੀਂ ਹੋਏ ਫਿਰ ਮਾਡਲਿੰਗ ਦੀ ਦੁਨੀਆ 'ਚ ਕਿਵੇਂ ਆ ਗਏ? ਮਾਡਲਿੰਗ ਇਹ ਤੇ ਮੈਨੂੰ ਵੀ ਸਮਝ ਨਹੀਂ ਆਇਆ ਕਿ ਕਿਵੇਂ ਆ ਗਿਆ, ਬਟ ਐਵੇਂ ਕਿ ਇੱਕ ਰਸਤੇ ਤੇ ਚੱਲ ਰਿਹਾ ਸੀ, ਕਿਸੇ ਨੇ ਕਿਹਾ ਕਿ ਤੁਸੀਂ ਮਾਡਲਿੰਗ ਕਿਉਂ ਨਹੀਂ ਟਰਾਈ ਕਰਦੇ, ਬਹੁਤ ਅੱਛੇ ਲੱਗਦੇ ਹੋ। ਕਿੰਨੀ ਉਮਰ ਸੀ ਉਸ ਦੇਖਣ ਵਿੱਚ 56 57, this thought was put in my brain। ਮੈਂ 56 ਇਅਰਸ ਦਾ ਸੀ ਦਸੰਬਰ ਵਿੱਚ, ਔਰ 57 ਦੀ ਏਜ ਜਨਵਰੀ 'ਚ ਹੋਈ ਤੇ ਮੇਰੇ ਸ਼ੂਟਸ ਜਿਹੜੇ ਨੇ ਉਹ ਅਗਲੇ ਸਾਲ, ਮਤਲਬ 2016 'ਚ ਉਹ ਸਟਾਰਟ ਹੋ ਗਏ ਹੋਏ ਸੀ। ਔਰ ਸੁਜੈਸਟ ਕੀਤਾ ਲੋਕਾਂ ਨੇ, ਫੈਮਿਲੀ ਨੇ ਸੁਜੈਸਟ ਕੀਤਾ। ਸ਼ੁਰੂ ਵਿੱਚ ਦੱਸਿਆ ਨਹੀਂ ਮੈਂ ਕਿਸੇ ਨੂੰ, ਕਿ ਸਾਰੇ ਆਪਣੇ ਘਰ ਨਹੀਂ, ਆਪਣੀ ਮੌਮ ਨੂੰ ਨਹੀਂ ਦੱਸਿਆ, ਬਿਕੋਜ਼ ਮੈਨੂੰ ਲੱਗਿਆ ਕਿ ਇਹ ਕਹਿਣਗੇ ਕਿ ਯਾਰ ਪਾਗਲ ਹੋ ਗਿਆ, ਮਤਲਬ ਹੁਣੇ ਤੇ ਦਵਾਈਆਂ ਬੰਦ ਕੀਤੀਆਂ ਤੇ ਇਹਦਾ ਰੀਲੈਪਸ ਹੋ ਗਿਆ ਪਾਗਲਪਨ ਦਾ, ਤੇ ਮਾਡਲ ਐਸੇ ਏਜ 'ਚ ਕੋਈ ਬਣਿਆ ਅੱਜ ਤੱਕ, ਕਿਉਂਕਿ ਦੇयर ਵਾਸ ਨੋ ਐਗਜ਼ਾਮਪਲ ਇਨ ਆਰ ਕੰਟਰੀ। ਆਈ ਮੀਨ ਨਾਟ ਟੂ ਮਾਈ ਨੌਲੇਜ। ਹੋਣਗੇ ਜ਼ਰੂਰ ਲੋਕ ਆਪਣੇ ਆਪਣੇ ਫੀਲਡ ਵਿੱਚ, ਮਾਡਲਿੰਗ ਵਿੱਚ ਵੀ ਹੋਣਗੇ, ਬਟ ਮੇਰੀ ਨੌਲੇਜ ਵਿੱਚ ਨਹੀਂ ਸੀ। ਇਹ ਕੋਈ ਕਰਿਸ਼ਮਾ ਹੋਇਆ ਤਾਂ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ, ਜਾਂ ਕੁਝ ਨਹੀਂ? ਇਹ ਉਹ ਹੋਇਆ, ਗੋਡ ਹੈਲਪਸ ਦੋਜ਼ ਹੂ ਹੈਲਪ ਦੈਮਸੈਲਵਸ। ਐਡਾ ਹੀ ਕਰਿਸ਼ਮਾ ਹੈ ਕਿ ਮੈਂ ਜਦੋਂ ਠਾਣ ਲਿਆ ਤੇ ਫਿਰ ਉੱਪਰ ਵਾਲੇ ਨੇ ਵੀ ਸੋਚਿਆ ਕਿ ਹਾਂ ਓਕੇ ਨਾਓ ਹੀ ਨੋਜ਼। ਆਫਰ ਆਇਆ ਸੀ ਮਾਡਲਿੰਗ ਦਾ ਜਾਂ ਤੁਸੀਂ ਅਪਰੋਚ ਕੀਤਾ ਸੀ? ਨਹੀਂ, ਮੈਂ ਅਪਰੋਚ ਕੀਤਾ ਸੀ, ਮਤਲਬ ਸੁਜੈਸਟ ਕਿਸੇ ਨੇ ਕੀਤਾ। ਔਰ ਫਿਰ ਮੈਂ ਆਪਣਾ ਪ੍ਰੋਫਾਈਲ, ਮਤਲਬ ਫੋਟੋਜ਼ 1-2 ਭੇਜੀਆਂ, ਕਿਥੇ ਮੇਰੀ ਸਿਸਟਰ ਨੇ ਭੇਜੀਆਂ ਇਨਫੈਕਟ, ਔਰ ਉੱਥੋਂ ਰਿਸਪੌਂਸ ਆਇਆ। ਫਿਰ ਮੈਂ ਜਾਣਾ ਨਹੀਂ ਚਾਹੁੰਦਾ ਸੀ ਆਡੀਸ਼ਨ ਤੇ, ਬਿਕੋਜ਼ ਮੈਨੂੰ ਪਤਾ ਨਹੀਂ ਸੀ ਆਡੀਸ਼ਨ ਕੀ ਹੁੰਦੀ ਹੈ। ਮੈਨੂੰ ਲੱਗਿਆ ਪਤਾ ਨਹੀਂ ਕੀ ਕਰਨ ਨੂੰ ਕਹਿ ਦੇਣਗੇ, ਇਹ ਉਹ, ਚੱਲਿਆ ਜਾਂਦਾ ਨਹੀਂ ਸੀ ਤਾਂ ਪ੍ਰੋਪਰਲੀ ਹਾਲੀ ਐਡਾ। ਬਟ ਉਹ ਆਡੀਸ਼ਨ ਵੀ ਠੀਕ ਠਾਕ ਹੋ ਗਈ, ਔਰ ਉਹਨਾਂ ਨੇ ਔਨ ਦੀ ਸਪੌਟ ਹੀ ਮੈਨੂੰ ਆਫਰ ਕਰ ਦਿੱਤਾ। ਔਰ ਮਤਲਬ ਉਸ ਦਿਨ ਕਮ ਸੇ ਕਮ ਘੱਟੋ ਘੱਟ 150-200 ਲੋਕ ਸੀ
ਜਿਨ੍ਹਾਂ 'ਚੋਂ ਉਹਨਾਂ ਨੇ ਸਭ ਤੋਂ ਪਹਿਲੇ ਮੈਨੂੰ ਚੁਣਿਆ ਔਰ 5-7 ਲੋਕ ਹੋਰ ਸਿਲੈਕਟ ਹੋਏ। तो बहुत अच्छा लगे वो दी वेरी सिलेक्शन वाज वेरी एनकरेजिंग यू नो कि ओके ओके मैं मॉडल बन सकना। ਅੱਛਾ ਜਨਰਲੀ ਸਾਡੀ ਇੰਡੀਅਨ ਸੋਸਾਇਟੀ ਵਿੱਚ ਤੁਸੀਂ 50 ਦੇ ਹੋਏ ਨਹੀਂ 55 60 ਤੱਕ ਰਿਟਾਇਰਮੈਂਟ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਹੈ ਨਾ ਬੜੀ ਇੱਕ ਕਹਿ ਸਕਦੇ ਬੜੀ ਸੁਸਤ ਰਫ਼ਤਾਰ ਤੇ ਚੱਲਦੀ ਹੈ। ਚਲੋ ਠੀਕ ਹੈ ਤੁਸੀਂ ਅਸੀਂ ਰਿਟਾਇਰ ਹੋ ਗਿਆ ਹੁਣ ਰੈਸਟ ਕਰੋ ਥੋੜਾ ਬਹੁਤ ਬਾਹਰ ਅੰਦਰ ਚਲੇ ਗਏ ਕੁਝ ਸੋਸ਼ਲ ਵਰਕ ਕਰ ਲਿਆ ਇੱਥੇ ਤੱਕ ਜ਼ਿੰਦਗੀ ਸਿਮਟ ਚੱਲਦੀ ਹੈ। ਬਟ ਤੁਹਾਡੀ ਜ਼ਿੰਦਗੀ ਤੇ ਸ਼ੁਰੂ ਹੀ ਜਿਹੜੀ ਹੈ ਉਸ ਰਿਟਾਇਰਮੈਂਟ ਜਦੋਂ ਲੋਕੀ ਰਿਟਾਇਰ ਹੁੰਦੇ ਉਦੋਂ ਸ਼ੁਰੂ ਹੋਈ ਹੈ। ਜੀ ਜੀ ਸੋ ਉਹ ਲੋਕ ਜਿਹੜੇ ਸ਼ਾਇਦ ਅੰਦਰੋਂ ਇੰਨਾ એનર્ਜੀ ਨਹੀਂ ਫੀਲ ਕਰਦੇ ਇੰਨਾ ਉਤਸ਼ਾਹ ਨਹੀਂ ਫੀਲ ਕਰਦੇ ਉਹਨਾਂ ਲਈ ਕੁਝ ਕਹਿਣਾ ਚਾਹੋਗੇ? ਦੇਖੋ ਮੈਂ ਆਪਣੇ ਆਪ ਨੂੰ ਨਾ ਇਹ ਮੰਨਣਾ ਕਿ ਆਈ ਵਾਸ ਮਾਰਕਡ ਟੂ ਪ੍ਰੂਵ ਦਿਸ ਥਿੰਗ ਮਤਲਬ ਮੈਂ ਬਹੁਤ ਪ੍ਰਾਊਡਲੀ ਕਹਾਂਗਾ ਮਤਲਬ ਕਮੰਡ ਨਾਲ ਨਹੀਂ ਕਹਿ ਰਿਹਾ ਪ੍ਰਾਊਡਲੀ ਜਿਹਨੂੰ ਕਹਿੰਦੇ ਆ ਇੱਕ ਅੱਛੇ ਪੋਜ਼ਿਟਿਵ ਵੇ 'ਚ ਆਈ ਵਾਸ ਮਾਰਕਡ ਟੂ ਪ੍ਰੂਵ ਦਿਸ ਥਿੰਗ ਟੂ ਦਾ ਵਰਲਡ ਕਿ ਜਦੋਂ ਜ਼ਿੰਦਗੀ ਦੀ ਸ਼ਾਮ ਹੋਣ ਲੱਗਦੀ ਹੈ ਤਾਂ ਵੀ ਤੁਸੀਂ ਸੂਰਜ ਨੂੰ ਵਾਪਸ ਲਿਆ ਸਕਦੇ ਹੋ। ਸੋ ਆਈ ਕਾਲ ਮਾਈਸੈਲਫ ਦ ਸਨਸੈਟ ਮੈਨ ਕਿ ਮੇਰਾ ਸੂਰਜ ਤਾਂ ਚੜ੍ਹਿਆ ਜਦੋਂ ਲੋਕਾਂ ਦਾ ਔਰ ਉਮੀਦ ਕਦੀ ਨਹੀਂ ਛੱਡਣੀ ਚਾਹੀਦੀ। ਵਾਈ ਸ਼ੁੱਡ ਯੂ ਥਿੰਕ ਕਿ ਹੁਣ ਬਹਿ ਜਾਣਾ ਅਸੀਂ ਦੇਖੋ ਕੰਮ ਕਰਨਾ ਔਰ ਪੈਸੇ ਕਮਾਉਣਾ ਹੀ ਇੰਪੋਰਟੈਂਟ ਨਹੀਂ ਹੈ। ਜੋ ਲੋਕ ਰਿਟਾਇਰ ਹੁੰਦੇ ਆ ਉਹਨਾਂ ਨੇ ਸਾਰੀ ਉਮਰ ਕੰਮ ਕੀਤਾ ਉਹਨਾਂ ਨੇ ਆਪਣੀ ਫੈਮਿਲੀ ਵਾਸਤੇ ਪਰਿਵਾਰ ਵਾਸਤੇ ਸਮਾਜ ਵਾਸਤੇ ਹੁਣ ਇਸ ਵੇਲੇ ਤੇ ਉਹਨਾਂ ਨੂੰ ਆਪਣੇ ਵਾਸਤੇ ਕਰਨਾ ਚਾਹੀਦਾ। ਦੂਸਰਿਆਂ ਦੀਆਂ ਗੱਲਾਂ ਮੰਨ ਕੇ ਕਿ ਨਹੀਂ ਘਰ ਬੈਠੋ ਜਾਂ ਤੀਰਥ ਤੇ ਜਾਓ ਯਾਰ ਕੋਈ ਕੀ ਕਹੇਗਾ ਮੈਂ ਪਿਕਚਰ ਦੇਖਣ ਜਾ ਰਿਹਾ ਯੂ ਨੋ ਦੈਟ ਕਾਈਂਡ ਆਫ ਥਾਟਸ ਜੋ ਸਮਾਜ ਸਾਡੇ 'ਚ ਪਾ ਉਹਨਾਂ ਚੱਕਰਾਂ 'ਚ ਨਾ ਪਾਓ। ਜੋ ਤੁਹਾਡਾ ਦਿਲ ਕਰਦਾ ਉਠੋ ਔਰ ਸਭ ਤੋਂ ਵੱਡਾ ਫਸਟ ਸਟੈਪ ਜਿਹੜਾ ਤੁਸੀਂ ਲੈ ਸਕਦੇ ਹੋ ਗੋ ਟੂ ਐਨੀ ਹਸਪੀਟਲ go to any such place where people are suffering ਉੱਥੇ ਜਾ ਕੇ ਉਹਨਾਂ ਦੀ ਹੈਲਪ ਸਟਾਰਟ ਕਰ ਦਿਓ ਵੋਲੰਟਰੀ ਹੈਲਪ ਸਟਾਰਟ ਕਰ ਦਿਓ ਉਹ ਤੁਹਾਨੂੰ ਐਡਾ ਇੱਕ ਪ੍ਰੋਡਕਟਿਵ ਸੈਟਿਸਫੈਕਸ਼ਨ ਦੇਗਾ ਔਰ ਉੱਥੋਂ ਹੀ ਫਿਰ ਬਹੁਤ ਨਵੀਆਂ ਚੀਜ਼ਾਂ ਨਵੇਂ ਕੰਟੈਕਟਸ ਨਵੇਂ ਥਾਟਸ ਤੁਹਾਡੇ ਦਿਮਾਗ ਵਿੱਚ ਆਉਂਦੇ ਜਾਣਗੇ ਤੇ ਗਿਵ ਬੈਕ ਟੂ ਦ ਸੋਸਾਇਟੀ ਯੂ ਹੈਵ ਟੇਕਨ ਅ ਲੋਟ ਗਿਵ ਇਟ ਬੈਕ। ਮਾਡਲਿੰਗ ਦੀ ਦੁਨੀਆ 'ਚ ਹੋ ਤੁਸੀਂ ਹੋਰ ਇੱਕ ਵੱਡਾ ਸਿਤਾਰਾ ਜਿਹਨੂੰ ਕਹਿ ਸਕਦੇ ਸੈਲੀਬ੍ਰਿਟੀ ਕੀ ਮਹਿਸੂਸ ਕਰਦੇ ਹੋ? ਸਭ ਤੋਂ ਵੱਡਾ ਥਾਟ ਤੇ ਗ੍ਰੈਟੀਟਿਊਡ ਠੀਕ ਹੈ ਔਰ ਜ਼ਿੰਦਗੀ ਵਿੱਚ ਸਭ ਕੁਝ ਟੈਂਪਰੇਰੀ ਹੈ ਇਹ ਤੇ ਮੈਨੂੰ ਪਹਿਲੇ ਹੀ ਪਤਾ ਸੀ ਹੈ ਨਾ। ਸੋ ਇਹ ਲਾਈਨ ਟੈਂਪਰੇਰੀ ਹੈ ਫੇਮ ਟੈਂਪਰੇਰੀ ਹੈ ਔਰ ਬਲਾ 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 ਉਹ ਸਭ ਮੈਨੂੰ ਪਤਾ ਹੈ ਮੈਂ ਆਈ ਐਮ ਵੈਰੀ ਹੈਪੀ ਵਿਦ ਦੈਟ। ਪਰ ਜੋ ਇਹ ਵਕਤ ਨਿਕਲ ਰਿਹਾ ਨਾ ਇਹਨੂੰ ਮੈਂ ਬਿਲਕੁਲ ਵੀ ਇਹ ਕਹਿ ਕੇ ਨਹੀਂ ਗਵਾਵਾਂਗਾ ਕਿ ਯਾਰ ਇਹ ਤੇ ਇੱਕ ਦਿਨ ਖਤਮ ਹੋ ਜਾਏਗਾ। ਖਤਮ ਤੇ ਦੁਨੀਆ ਵੀ ਇੱਕ ਦਿਨ ਹੋ ਜਾਣੀ ਹੈ ਕੁਛ ਨਹੀਂ ਪਤਾ। ਸੋ ਆਈ ਐਨਜੋਏ ਦ ਪ੍ਰੋਸੈਸ I absolutely cherish these moments, convert them into beautiful memories for myself and बस ऊपर वाले ਦਾ ਸ਼ੁਕਰ ਹੈ ਲੋਕਾਂ ਦਾ ਸ਼ੁਕਰ ਹੈ ਕਿ ਮੈਨੂੰ ਆਪਣੇ 'ਚ ਹਾਲੀ ਵੀ ਕੋਈ ਐਸੇ ਖਾਸ ਪਲੱਸ ਪੁਆਇੰਟਸ ਪਰਸਨੈਲਿਟੀ ਵਿੱਚ ਵੀ ਔਰ ਬਿਹੇਵੀਅਰ ਵਿੱਚ ਵੀ ਔਰ ਐਕਟਿੰਗ ਟੈਲੈਂਟ ਵਿੱਚ ਵੀ ਨਜ਼ਰ ਨਹੀਂ ਆਉਂਦੇ ਬਟ ਪੀਪਲ ਆਰ ਸੋ ਕਾਈਂਡ ਟੂ ਗਿਵ ਸੋ ਮਚ ਆਫ ਲਵ ਟੂ ਮੀ। ਕੁਛ ਅੱਛਾ ਕੀਤਾ ਹੋਣਾ ਕਦੀ। ਤੁਹਾਡੀ ਫਿਟਨੈਸ ਦਾ ਰਾਜ਼ ਕੀ ਹੈ ਕਿ ਕਿਸੇ ਖਾਸ ਤਰ੍ਹਾਂ ਦਾ ਖਾਣ ਪਾਨ ਤੁਸੀਂ ਲੈਂਦੇ ਹੋ? ਜੀ ਬਿਲਕੁਲ ਮੈਂ ਆਪਣੀ ਡਾਈਟ ਦਾ ਬਹੁਤ ਧਿਆਨ ਰੱਖਣਾ ਕਿਉਂਕਿ ਮੈਨੂੰ ਬਹੁਤ ਪਹਿਲੇ ਹੀ ਇਹ ਗੱਲ ਜਦੋਂ ਮੈਂ weight loss ਆਪਣਾ ਸਟਾਰਟ ਕੀਤਾ ਇਹ ਸਮਝ ਆ ਗਿਆ ਸੀ ਕਿ ਜੋ ਤੁਸੀਂ ਖਾਂਦੇ ਹੋ ਉਹ 80% ਤੁਹਾਡੀ ਫਿਟਨੈਸ ਦਾ ਹਿੱਸਾ ਹੈ ਕਿਉਂਕਿ ਮੇਰਾ ਸਾਰਾ ਸਤਿਆਨਾਸ਼ ਮੇਰਾ ਖਾਣ ਪੀਣ ਨਹੀਂ ਕੀਤਾ ਔਰ ਐਕਸਰਸਾਈਜ਼ ਜਿਹੜੀ ਹੈ ਐਕਟੀਵਿਟੀ ਉਹ 20 to 25% ਤੁਹਾਡੀ ਫਿਟਨੈਸ ਜਰਨੀ ਦਾ ਹਿੱਸਾ ਹੈਗਾ। ਸੋ ਡਾਇਟ ਦਾ ਮੈਂ ਬਹੁਤ ਧਿਆਨ ਰੱਖਣਾ ਹਾਲੀ ਵੀ ਆਈ ਅਵੋਇਡ ਸ਼ੂਗਰ ਜੰਕ ਫੂਡ ਤੇ ਬਿਲਕੁਲ ਖਾਂਦਾ ਹੀ ਨਹੀਂ ਪਰਾਂਠੇ ਵਗੈਰਾ ਕੋਈ ਬਿਲਕੁਲ ਮਤਲਬ ਰੂਲਡ ਆਊਟ ਹੈ ਐਬਸੋਲਿਊਟਲੀ। ਕੋਲਡ ਡਰਿੰਕਸ ਨਹੀਂ ਲੈਂਦਾ ਮੈਂ ਕੈਨ ਜਿਹੜੇ ਕੈਨ ਵਿੱਚ ਡਰਿੰਕਸ ਮਿਲਦੇ ਹੈ ਹਾਰਡ ਡਰਿੰਕ ਮੈਂ ਉਂਝ ਨਹੀਂ ਲੈਂਦਾ ਉਹ ਤੇ ਪਹਿਲੇ ਤੋਂ ਹੀ ਨਹੀਂ ਲੈਂਦਾ। ਪੰਜਾਬੀ ਖਾਣਾ ਪੰਜਾਬੀ ਖਾਣਾ ਦੇਖੋ ਘਰ 'ਚ ਬਣਦਾ ਹੈ ਮੇਰੇ ਛੋਲੇ ਭਟੂਰੇ ਜੀ ਭਟੂਰੇ ਤੇ ਨਹੀਂ ਜੀ ਛੋਲੇ ਘਰ 'ਚ ਬਣਦਾ ਹੈ ਮੇਰੇ ਐਸੀ ਗੱਲ ਨਹੀਂ ਬਿਕੋਜ਼ ਮਾਈ ਮਮ ਮਾਈ ਸਿਸਟਰ ਦੇ ਆਰ ਆਲ ਫੌਂਡ ਆਫ ਬਟ ਮੈਂ ਵੇਖੇ ਇੱਕ ਬਾਈਟ ਉਹਨਾਂ ਦੀਆਂ ਪਲੇਟਾਂ ਤੋਂ ਮੈਂ ਆਉਂਦੇ ਜਾਂਦੇ ਹੋਏ ਲੈ ਲੈਣਾ ਕਿ ਚਲੋ ਆਪਣਾ ਬਟ ਇੱਕ ਅੰਦਰੋਂ ਜਿਹੜਾ ਉਹ ਲਾਲਚ ਹੁੰਦਾ ਨਾ ਖਾਣ ਦਾ ਉਹ ਹੁਣ ਆਉਂਦਾ ਨਹੀਂ ਮੈਨੂੰ ਬਿਕੋਜ਼ ਆਈ ਹੈਵ ਰਿਅਲਾਈਜ਼ਡ ਕਿ ਤੁਸੀਂ ਆਪਣਾ ਧਿਆਨ ਜਿਹੜਾ ਨਾ ਆਪਣੀ ਫਿਟਨੈਸ ਦਾ ਔਰ ਦੂਸਰੀ ਗੱਲ ਮੈਂ ਇੱਥੇ ਐਡ ਕਰਨਾ ਚਾਹਾਂਗਾ ਕਿ ਮੈਂ ਕਦੀ ਅਵੋਇਡ ਕਰਨਾ ਕਿ ਮੈਂ ਲਿਫਟ ਨਾ ਲਾਂ ਐਸਕੇਲੇਟਰ ਨਾ ਲਾਂ ਸਟੇਅਰਸ ਹੀ ਚੜ੍ਹਾਂ ਹਮੇਸ਼ਾ ਵਾਕ ਜ਼ਰੂਰ ਕਰਾਂ। ਜਨਰਲੀ ਸਰ ਇਸ ਉਮਰ ਤੱਕ ਆਂਦੇ ਲੋਕਾਂ ਨੂੰ ਗੋਡਿਆਂ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਜੀ ਮੈਨੂੰ ਵੀ ਹੈ ਜ਼ਿਆਦਾਤਰ। ਅੱਛਾ ਜੀ ਬਿਲਕੁਲ ਓਕੇ ਬਿਲਕੁਲ ਜੜੀਆਂ ਏਜ ਰਿਲੇਟਡ ਬਾਇਓਲੋਜੀਕਲ ਚੀਜ਼ਾਂ ਹੈ ਮਗਰ ਤੁਸੀਂ ਆਪਣੇ ਗੋਡਿਆਂ ਨੂੰ ਆਪਣੇ ਦਿਮਾਗ ਤੇ ਡੋਮੀਨੇਟ ਥੋੜੀ ਕਰਨ ਦਿਓਗੇ ਦੇ ਆਰ देयर
डाउन देयर, द ब्रेन इज हेयर, यहाँ पे है। और जनरली ਤੁਹਾਡੀ ਉਮਰ ਤੱਕ ਆਈ ਮੀਨ 60s ਦੇ ਅਰਾਊਂਡ ਲੋਕੀ ਸਿਰਫ ਵਾਕ ਕਰਨਾ ਪਸੰਦ ਕਰਦੇ ਨੇ, ਇੱਕ ਜਿਹੜਾ ਜਿਮ ਜਾਣਾ, ਹੋਰ ਜੀ ਕਿਸ ਤਰ੍ਹਾਂ ਦੀ ਐਕਸਰਸਾਈਜ਼ ਤੁਸੀਂ ਕਰਦੇ ਹੋ? मैं जिम भी जाना, बिल्कुल जाना, बिकॉज मोस्ट ऑफ द जिम्स हैव गिवन मी कॉम्प्लीमेंट्री मेंबरशिप विच आई लव। और ਉੱਥੇ ਇੰਸਟ੍ਰਕਟਰਸ ਬਹੁਤ ਵੈਲਕਮ ਕਰਦੇ ਆ ਮੈਨੂੰ, ਬਿਕॉज ਦੇ ਆਲ ਵਾਂਟ ਟੂ ਬੀ ਸੀਨ ਇਨ ਦ ਲਾਈਮਲਾਈਟ। ਔਰ ਵਾਕ ਵੀ ਕਰਨਾ, ਜਿਮ ਵੀ ਕਰਨਾ, ਮਤਲਬ आई ट्राई टू कंबाइन एवरीथिंग इन अ डे। ਜਿਮ ਜਾਣਾ ਚਾਹੀਦਾ ਹੈ, ਰਿਕਮੈਂਡ ਕਰਦੇ ਹੋ? ਬਿਲਕੁਲ ਜਾਣਾ ਚਾਹੀਦਾ, 100% ਜਾਣਾ ਚਾਹੀਦਾ, ਬਟ ਗਾਈਡਡ ਇੰਸਟਰਕਸ਼ਨ ਲਾਓ। ਆਪਣੇ ਆਪ ਉੱਥੇ ਜਾ ਕੇ ਨਾ ਕੋਸ਼ਿਸ਼ ਕਰੋ, ਜਿਹੜੇ ਉੱਥੇ ਐਕਸਪਰਟਸ ਹੈ, ਟ੍ਰੇਨਰਸ ਹੈ, ਜਾਂ ਜੋ ਵੀ ਮੈਨੇਜਰ ਹੈ, ਓਨਰ ਹੈ, ਉਹਨਾਂ ਨੂੰ ਆਪਣੀ ਸਾਰੀ ਹਿਸਟਰੀ ਦੱਸੋ ਕਿ ਦਿਸ ਇਜ਼ ਮਾਈ ਮੈਡੀਕਲ ਹਿਸਟਰੀ, ਦਿਸ ਇਜ਼ ਮਾਈ ਏਜ ਗਰੁੱਪ, ਦਿਸ ਇਜ਼ ਦੀ ਕੰਡੀਸ਼ਨ ਆਫ ਮਾਈ ਹਾਰਟ। ਔਰ ਫਿਰ ਇੱਕ ਲਾਈਟ ਪ੍ਰੋਗਰਾਮ ਆਪਣੇ ਵਾਸਤੇ, ਬਿਲਕੁਲ ਲਾਈਟ। ਅਸੀਂ ਆਰਨਲਡ ਸ਼ਵਾਰਜ਼ੈਨੇਗਰ ਨਹੀਂ ਬਣਨਾ ਹੁਣ, ਬਿਲਕੁਲ ਵੀ। ਪੁਸ਼ਅਪਸ ਵੀ ਲਗਾਉਂਦੇ ਹੋ? ਬਿਲਕੁਲ ਲਗਾ, ਕਿੰਨੇ ਰੋਜ਼? ਅਰਾਊਂਡ 50 to 100 ਓਕੇ, ਐਵਰੀ ਡੇ। ਹਾਂ, ਹੁਣ ਮੇਰਾ ਭਾਂਜਾ ਜਿਹੜਾ ਉਹ 5 ਸਾਲ ਦਾ ਹੈ, ਉਹ ਟਾਈਕਵਾਂਡੋ ਉੱਥੇ ਉਹਨੂੰ ਪੁਸ਼ਅਪਸ ਲਗਵਾਉਂਦੇ ਆ। ਉਹ ਘਰ ਆ ਕੇ ਮੈਨੂੰ ਚੈਲੰਜ ਦਿੰਦਾ ਕਿ ਚਲੋ ਮਾਮੂ। ਔਰ ਉਹਨੂੰ ਮੈਂ ਸਵੇਰੇ ਸਕੂਲ ਛੱਡਣ ਜਾਣਾ, ਵੈਨ ਆਈ ਐਮ ਹੇਅਰ ਇਨ ਪੰਚਕੂਲਾ। ਔਰ ਸਕੂਲ ਛੱਡਣ ਤੋਂ ਬਾਅਦ ਮੈਂ ਟਾਊਨ ਪਾਰਕ ਕੇ ਜਾ ਕੇ ਰਨਿੰਗ ਕਰਨਾ। ਸੋ ਆਈ ਕ੍ਰੀਏਟ ਓਪਰਚੁਨਿਟੀਜ਼ ਟੂ ਬੀ ਐਕਟਿਵ ਹਮੇਸ਼ਾ। ਉਹ ਲੋਕ ਜਿਹੜੇ ਬਿਮਾਰ ਨੇ ਸ਼ਾਇਦ ਕਿਸੇ ਵੀ ਵਜ੍ਹਾ ਕਾਰਨ, ਜਾਂ ਡਿਪਰੈਸ਼ਨ ਵਿੱਚ ਨੇ, ਜਾਂ ਕਿਸੇ ਹੋਰ ਪ੍ਰੋਬਲਮ ਨਾਲ ਜੂਝ ਰਹੇ ਨੇ, ਅੰਦਰ ਜਿਹਨੂੰ ਕਹਿੰਦੇ ਨੇ ਨਾ ਕਿ ਉਤਸ਼ਾਹ ਹੀ ਨਹੀਂ ਹੈ, ਸ਼ਾਇਦ ਜੀਣ ਦੀ ਵੀ ਇੱਛਾ ਨਹੀਂ ਹੈ, ਉਹਨਾਂ ਲਈ ਕੋਈ ਮੈਸੇਜ ਦੇਣਾ ਚਾਹੋਗੇ? ਜੀ ਬਿਲਕੁਲ, ਤੁਸੀਂ ਹਿੰਮਤ ਨਾ ਹਾਰੋ, ਔਰ ਲਾਈਫ ਵਿੱਚ ਕਦੀ ਵੀ ਕੁਝ ਵੀ ਹੋ ਸਕਦਾ ਹੈ। ਤੁਸੀਂ ਮੇਰੀ ਐਗਜ਼ਾਮਪਲ ਦੇਖੋ, ਇੱਕ ਇਨਸਾਨ ਜੋ ਬੈੱਡ ਤੇ ਲੱਗਿਆ ਹੋਇਆ ਸੀ ਔਰ ਸਭ ਕੁਝ ਗਵਾ ਚੁੱਕਿਆ ਸੀ, ਉਹਨੇ ਸਿਰਫ ਔਰ ਸਿਰਫ ਆਪਣੀ ਹਿੰਮਤ ਔਰ ਲੋਕਾਂ ਦੇ ਸਹਾਰੇ ਦੇ ਨਾਲ ਆਪਣੀ ਲਾਈਫ ਵਿੱਚ ਐਡਾ ਕੁਝ ਅਚੀਵ ਕਰ ਲਿਆ। ਤੁਸੀਂ ਕਿਉਂ ਹਾਰ ਮੰਨ ਰਹੇ ਹੋ? ਉਠੋ, ਕੁਝ ਕਰੋ, ਹਿੰਮਤ ਕਰੋ। ਆਪਣੇ ਡਰ ਜਿਹੜੇ ਨੇ, ਜਿਹੜੇ ਫੀਅਰਸ ਨੇ, ਮੈਂ ਬਹੁਤ ਨੋਰਮਲੀ ਸਭ ਨੂੰ ਇਹ ਗੱਲ ਕਹਿਣਾ ਕਿ ਮੈਨੂੰ ਜ਼ਿੰਦਗੀ ਦਾ ਇਸ ਵੇਲੇ ਜਿਹੜਾ ਨਾ, ਉਹ ਇੱਕੋ ਪਰਪਸ ਨਜ਼ਰ ਆਉਂਦਾ ਹੈ, ਟੂ ਬੀ ਫੀਅਰਲੈਸ। ਜੋ ਵੀ ਸਾਡੇ ਫੋਬੀਆਜ਼ ਔਰ ਡਰ ਹੈ, ਜਾਂ ਸਮਾਜ ਦਾ ਕਹਿ ਲਓ ਜਾਂ ਖੁਦ ਦਾ ਕਹਿ ਲਓ, ਉਹਨਾਂ ਸਭ ਨੂੰ ਇੱਕ ਇੱਕ ਕਰਕੇ ਖ਼ਤਮ ਕਰਨਾ, ਉਹ ਮੈਨੂੰ ਲੱਗਦਾ ਜ਼ਿੰਦਗੀ ਦਾ ਪਰਪਸ ਹੈ। ਸੋ ਕਦੀ ਇਹ ਨਾ ਸਮਝੋ ਕਿ ਹੁਣ ਤੁਹਾਡੀ ਲਾਈਫ ਖਤਮ ਹੋ ਗਈ ਹੈ। ਇੱਕ ਛਣ ਵੀ ਅਗਰ ਬਚਿਆ, ਉਹਨੂੰ ਆਪਣੇ ਨੂੰ ਚੰਗੀ ਤਰ੍ਹਾਂ ਨਾਲ ਡਿਵੋਟ ਕਰੋ, ਆਪਣੇ ਲਈ ਅੱਛੀ ਤਰ੍ਹਾਂ ਨਾਲ ਜੀਓ, ਸੋ ਦੈਟ ਤੁਸੀਂ ਜਾ ਕੇ ਜਵਾਬ ਦੇ ਸਕੋ ਕਿ ਮੈਂ ਲਾਈਫ ਨੂੰ ਐਂਡ ਤੱਕ ਪਿਆਰ ਕੀਤਾ, ਕਦੀ ਹਾਰ ਨਹੀਂ ਮੰਨੀ। ਬਹੁਤ ਬਹੁਤ ਸ਼ੁਕਰੀਆ ਦਿਨੇਸ਼ ਮੋਹਨ ਜੀ, ਸਾਡੇ ਲਈ ਵਕਤ ਕੱਢਣ ਲਈ। ਉਮੀਦ ਕਰਦੀ ਹਾਂ ਦਿਨੇਸ਼ ਮੋਹਨ ਜੀ ਦੀ ਸਟੋਰੀ ਬਹੁਤ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ।